ਦਰਸ਼ਕਾਂ ਦਾ ਸਵਾਗਤ ਹੈ। ਮੁੜ ਤੋਂ ਰੁਕ ਕਰਦੇ ਹਾਂ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਦਾ, ਸਭ ਤੋਂ ਵੱਡੀ ਅਪਡੇਟ। ਯੈਸ ਨੋ ਤੋਂ ਅੱਗੇ ਵਧਣ ਦੇ ਲਈ ਹੁਣ ਕਿਸਾਨ ਆਗੂ, ਕਿਸਾਨ ਤਿਆਰ ਨੇ। ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਕੋਈ ਵੀ ਡੈਡ ਲੌਕ ਨਹੀਂ ਹੈ। ਯੈਸ ਨੋ ਪਾਲਿਸੀ ਜਿਹੜੀ ਕਹੀ ਜਾ ਰਹੀ ਹੈ ਬੀਜੇਪੀ ਦੇ ਵੱਲੋਂ, ਕੇਂਦਰ ਸਰਕਾਰ ਦੇ ਵੱਲੋਂ, ਉਸ ਦੇ ਯੈਸ ਨੋ ਦੇ ਗਲਤ ਮਾਇਨੇ ਕੱਢੇ ਗਏ। ਕਿਸਾਨਾਂ ਨੇ ਸਾਫ਼ ਕਿਹਾ ਕਿ ਜੇਕਰ ਉਹਨਾਂ ਨੂੰ ਕੋਈ ਵੀ ਸੱਦਾ ਸਰਕਾਰ ਦੇ ਵੱਲੋਂ ਆਉਂਦਾ ਹੈ ਤਾਂ ਉਹ ਗੱਲਬਾਤ ਦੇ ਤਿਆਰ ਨੇ, ਗੱਲਬਾਤ ਕਰਨ ਦੇ ਲਈ ਰਾਜ਼ੀ ਨੇ। ਗੱਲਬਾਤ ਦੇ ਨਾਲ ਹੀ ਮਸਲੇ ਦਾ ਹੱਲ ਨਿਕਲੇਗਾ, ਕਿਉਂਕਿ ਕਿਤੇ ਨਾ ਕਿਤੇ ਬੀਜੇਪੀ ਦੇ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਸੀਗਾ ਕਿ ਜਿੰਨੀ ਦੇਰ ਤੱਕ ਯੈਸ ਨੋ ਦੀ ਪਾਲਿਸੀ ਤੋਂ ਕਿਸਾਨ ਅੱਗੇ ਨਹੀਂ ਵਧਦੇ ਉਦੋਂ ਤੱਕ ਸੁਖਾਵੇਂ ਮਾਹੌਲ ਦੇ ਵਿੱਚ ਕੋਈ ਵੀ ਗੱਲਬਾਤ ਜਿਹੜੀ ਆ ਨਹੀਂ ਹੋ ਸਕਦੀ, ਗੱਲਬਾਤ ਅੱਗੇ ਨਹੀਂ ਵਧ ਸਕਦੀ। ਕਿਉਂਕਿ ਲਾਸਟ ਮੁਲਾਕਾਤ ਜਿਹੜੀ 8 ਦਸੰਬਰ ਨੂੰ ਹੋਈ ਸੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ, ਉਸ ਤੋਂ ਬਾਅਦ ਦੇ ਵਿੱਚ ਕੋਈ ਵੀ ਗੱਲਬਾਤ ਜਿਹੜੀ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਨਹੀਂ ਹੋ ਸਕੀ। ਵਿਚਲਾ ਕਾਫੀ ਵਕਫਾ ਪੈ ਗਿਆ ਤੇ ਹੁਣ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਹੁਣ ਜਲਦ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਹੋਵੇਗੀ, ਗੱਲਬਾਤ ਅੱਗੇ ਵਧੇਗੀ। ਕਿਉਂਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਵੀ ਇਹ ਸੰਕੇਤ ਦਿੱਤੇ ਗਏ ਨੇ ਕਿ ਨਵੇਂ ਸਾਲ ਤੋਂ ਪਹਿਲਾਂ ਇਹ ਕਿਸਾਨੀ ਮੁੱਦੇ ਦਾ ਹੱਲ ਹੋ ਸਕਦਾ ਹੈ। ਸੋ ਕਿਸਾਨਾਂ ਨੇ ਸਾਫ਼ ਕਿਹਾ, ਜਿਵੇਂ ਕਿ ਨਿਊਜ਼ 18 ਤੇ ਅਸੀਂ ਪੂਰੀ ਐਕਸਕਲੂਸਿਵ ਗੱਲਬਾਤ ਤੁਹਾਨੂੰ ਸੁਣਾਈ। ਕਿਸਾਨ ਆਗੂਆਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਕੋਈ ਵੀ ਡੈਡਲੌਕ ਨਹੀਂ ਸੀਗਾ। ਯੈਸ ਨੋ ਦੇ ਗਲਤ ਮਾਇਨੇ ਕੱਢੇ ਗਏ। ਕਿਸਾਨ ਵੀ ਚਾਹੁੰਦੇ ਨੇ ਕਿ ਰਾਬਤਾ ਕਾਇਮ ਹੋਵੇ, ਗੱਲਬਾਤ ਹੋਵੇ, ਗੱਲਬਾਤ ਦੇ ਨਾਲ ਹੀ ਮਸਲੇ ਦਾ ਹੱਲ ਨਿਕਲੇਗਾ। ਕਿਸਾਨਾਂ ਨੇ ਸਾਫ਼ ਕਰ ਦਿੱਤਾ ਕਿ ਜੇਕਰ ਕੇਂਦਰ ਸਰਕਾਰ ਦੇ ਵੱਲੋਂ ਗੱਲਬਾਤ ਦੇ ਲਈ ਸੱਦਾ ਆਉਂਦਾ ਹੈ ਤਾਂ ਕਿਸਾਨ ਗੱਲਬਾਤ ਦੇ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ। ਸੋ ਗਰਾਊਂਡ ਜ਼ੀਰੋ ਤੋਂ ਪਲ ਪਲ ਦੀ ਅਪਡੇਟ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਵਿਜੇਪਾਲ ਬਰਾੜ ਮੇਰੇ ਜਿਹੜੇ ਸਹਿਯੋਗੀ ਨੇ ਲਗਾਤਾਰ ਸਿੰਘੂ ਬਾਰਡਰ ਤੋਂ ਗਰਾਊਂਡ ਜ਼ੀਰੋ ਤੋਂ ਬਣੇ ਹੋਏ ਨੇ। ਜੀ ਵਿਜੇਪਾਲ, ਆਪਣੇ ਆਪ ਦੇ ਵਿੱਚ ਇੱਕ ਵੱਡੀ ਡਿਵੈਲਪਮੈਂਟ ਕਹੀ ਜਾ ਸਕਦੀ ਹੈ। ਕਿਤੇ ਨਾ ਕਿਤੇ ਖੜੋਤ ਆ ਗਈ ਸੀ ਜਦੋਂ ਇਹ ਗੱਲ ਕੀਤੀ ਜਾ ਰਹੀ ਸੀ ਕਿ ਯੈਸ ਨੋ ਦੀ ਪਾਲਿਸੀ ਅਪਣਾਈ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ, ਬੀਜੇਪੀ ਵੱਲੋਂ ਵਾਰ-ਵਾਰ ਇਹ ਤਰਕ ਦਿੱਤਾ ਜਾ ਰਿਹਾ ਸੀਗਾ। ਤੇ ਹੁਣ ਇਹ ਮੰਨਿਆ ਜਾਵੇ, ਜਿਵੇਂ ਕਿਸਾਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਕੋਈ ਯੈਸ ਨੋ ਦੀ ਪਾਲਿਸੀ ਨਹੀਂ ਹੈ, ਕੋਈ ਡੈਡਲੌਕ ਨਹੀਂ ਹੈ। ਹੁਣ ਗੱਲਬਾਤ ਵੀ ਹੋਵੇਗੀ ਤੇ ਮਸਲੇ ਦੇ ਹੱਲ ਵਾਲੇ ਪਾਸੇ ਵੀ ਗੱਲਬਾਤ ਵਧੇਗੀ। बिल्कुल परमिंदर, क्योंकि कैमरे सामने जे आपां कहीए तां किसानां ने अज ये गल कही है या जिहड़े किसान लीडर ने उन्होंने ये गल कही है। पर असी क्योंकि लगातार इत्थे विचर रहे हैं, असी ऑफ कैमरा भी बहुत किसानां दे नाल गलबात करते हैं, लीडरां दे नाल भी गलबात करते हैं। तां उन्होंने सानू एक गल कही सी पिछले 2 दिन पहला कि असी अज सारी गल नहीं कह सकते, पर जिवें जिवें बीजेपी दे रिएक्शन सामने आउणगे, जिवें जिवें उन्हां दे बयान सामने आउणगे, सरकार दा रुख स्पष्ट होएगा, सुप्रीम कोर्ट दीयां जिहड़ियां टिप्पणियां ने वो स्पष्ट होणगीਆਂ, सुप्रीम कोर्ट दी कार्रवाई सामने आएगी, तां डे टू डे बेसिस ते चीज़ां अगे वधणगीਆਂ, डे टू डे बेसिस ते चीज़ां बदलणगीਆਂ। सो जिहड़े अज दे बयान ने ये आपां कह सकते हैं कि डे टू डे बेसिस दे जिहड़े बदलाव ने, जदों किसान कह रहे ने कि असीं यस और नो ते अड़े ही नहीं, जे साडे नाल सरकार हुण अगे गल चलाएगी या राबता करना चाहेगी तो असी जरूर करांगे। ये बयान किसान लीडरां दे ने परमिंदर, पर जेड़े किसान सपोर्ट ते ने, जेड़े उन्हां दी सपोर्ट दे विच इत्थे धरने ते बैठे ने, जेड़े सोचदे ने कि साडे आगू की फैसला लैणगे, साडे आगू किस पासे वल जा रहे हैं, साडे आगू किहड़ी लाइन ते गल कर रहे हैं, क्योंकि लोकां दे विच भी बड़ी उत्सुकता है। सो असी न्यूज़ 18 पंजाब दे जरिए पब्लिक का पॉइंट ऑफ व्यू भी जानते हैं, ਜਿਹੜੇ ਟਰਾਲੀਆਂ 'ਚ ਬੈਠੇ ਵੇਟ ਕਰ ਰਹੇ ਨੇ, ਜਿਨ੍ਹਾਂ ਨੂੰ ਇੰਤਜ਼ਾਰ ਹੈ ਕਿ ਗੱਲਬਾਤ ਅੱਗੇ ਵਧੂਗੀ, ਉਸ ਦਾ ਕੋਈ ਮਸਲਾ ਹੱਲ ਹੋਏਗਾ। ਇਸ ਵੇਲੇ ਚਰਚਾ ਜਿਹੜੀ ਹੈ 2 ਦਿਨ ਪਹਿਲਾਂ ਤੱਕ ਇਹ ਮਾਹੌਲ ਸੀ ਕਿ ਕੋਈ ਗੱਲਬਾਤ ਨਹੀਂ ਹੋਊਗੀ। ਹੁਣ ਜੇ ਸੈਂਟਰ ਕਹਿੰਦਾ ਵੀ ਅਸੀਂ ਕੋਸ਼ਿਸ਼ ਕਰਦੇ ਹਾਂ, ਸੁਪਰੀਮ ਕੋਰਟ ਕਹਿੰਦੀ ਹੈ ਗੱਲਬਾਤ ਦੇ ਨਾਲ ਮਸਲਾ ਹੱਲ ਹੋਣਾ ਹੈ, ਤਾਂ ਕਿਸਾਨ ਲੀਡਰਾਂ ਦੇ ਵੀ ਪ੍ਰਤੀਕਰਮ ਆਉਣ ਲੱਗੇ ਆ ਕਿ ਅਸੀਂ ਯੈਸ ਨੋ ਤੇ ਅੜੇ ਹੀ ਨਹੀਂ, ਅੜੀ ਸਾਡੇ ਵੱਲੋਂ ਕਦੇ ਨਹੀਂ ਹੋਈ। ਜੇ ਗੱਲਬਾਤ ਅੱਗੇ ਵਧੂਗੀ ਜਾਂ ਸਾਨੂੰ ਸਰਕਾਰ ਸੱਦੂਗੀ ਤਾਂ ਅਸੀਂ ਜਾਵਾਂਗੇ। ਤੁਸੀਂ ਕੀ ਸੋਚਦੇ ਹੋ ਇਸ ਬਾਰੇ ਕਿ ਕਿਸ ਲਿਹਾਜ਼ ਦੇ ਨਾਲ ਗੱਲਬਾਤ ਅੱਗੇ ਵਧਣੀ ਚਾਹੀਦੀ ਹੈ? ਦੇਖੋ, ਕਿਸਾਨ ਆਗੂ ਤੇ ਕਿਸਾਨ ਜਥੇਬੰਦੀਆਂ ਜਾਂ ਪੰਜਾਬ ਦੇ ਕਿਸਾਨ ਉਹ ਇੱਥੇ ਕੋਈ ਆਪਣੀ ਈਗੋ ਪਗਾਣ ਨਹੀਂ ਆਏ, ਉਹ ਆਪਣੇ ਹੱਕ ਲੈਣ ਆਏ ਆ, ਆਪਣੀਆਂ ਜ਼ਮੀਨਾਂ, ਆਪਣਾ ਸਮਾਜ ਬਚਾਉਣ ਆਏ ਆ। ਜਿਹੜਾ ਯੈਸ ਔਰ ਨੋ ਵਾਲਾ ਜਵਾਬ ਸੀਗਾ ਉਹ ਸਿਰਫ ਨਾਦਰ ਸ਼ਾਹ ਹਾਕਮਾਂ ਦੀ ਹੈਂਕੜ ਭੰਨਣ ਦੇ ਲਈ ਸੀਗਾ, ਕਿਉਂਕਿ ਜਦੋਂ ਸਾਰੇ ਕਿਸਾਨ ਤਾਂ ਆ ਕੇ ਸੜਕਾਂ ਤੇ ਬੈਠੇ ਨੇ, ਐਨੀ ਠੰਡ ਦੇ ਵਿੱਚ ਬੈਠੇ ਨੇ। ਜੇ ਪ੍ਰਧਾਨ ਮੰਤਰੀ ਸਾਹਿਬ, ਖੇਤੀ ਮੰਤਰੀ ਸਾਹਿਬ ਹੁਣ ਵੀ ਕਾਨੂੰਨਾਂ ਦੇ ਫਾਇਦੇ ਗਿਣਾਈ ਜਾਣ, ਫਿਰ ਲੋਕ ਤਾਂ ਯੈਸ ਔਰ ਨੋ ਲੈ ਕੇ ਖੜਨਗੇ। ਹੁਣ ਜੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਸਿੱਧੇ ਕੀਤਾ ਸਰਕਾਰ ਨੂੰ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਡੇ ਸਸਪੈਂਡ ਕਰਦੀ ਆ ਕਾਨੂੰਨ ਜੇ, ਤੇ ਸੁਪਰੀਮ ਕੋਰਟ ਦੀ ਖਿਚਾਈ ਤੋਂ ਬਾਅਦ ਜੇ ਸਰਕਾਰ ਗੱਲਬਾਤ ਤੇ ਆਈ ਹੈ ਰੱਦ ਕਰਨ ਦੇ ਲਈ, ਤਾਂ ਕਿਸਾਨ
ਆਗੂ ਜਾਂ ਕਿਸਾਨ ਜਥੇਬੰਦੀਆਂ ਕਦੇ ਵੀ ਗੱਲਬਾਤ ਤੋਂ ਨਹੀਂ ਭੱਜੇ। ਜਦੋਂ ਪੰਜਾਬ 'ਚ ਰੇਲਵੇ ਟਰੈਕਾਂ ਤੇ ਬੈਠੇ ਸੀਗੇ ਉਦੋਂ ਵੀ ਗੱਲਬਾਤ ਦੇ ਲਈ ਤਿਆਰ ਸੀਗੇ। ਗੱਲਬਾਤ ਤੋਂ ਤਾਂ ਲੋਕਤੰਤਰ ਦਾ ਹਿੱਸਾ ਹੈ ਗੱਲਬਾਤ, ਪਰ ਲੋਕਤੰਤਰ ਤੋਂ ਦੂਰ ਸਰਕਾਰ ਭੱਜ ਰਹੀ ਸੀਗੀ। ਪੰਜਾਬ ਦੇ ਕਿਸਾਨ ਜਾਂ ਕਿਸਾਨ ਆਗੂ ਕਦੇ ਨਹੀਂ ਭੱਜੇ। ਲੱਗਦਾ ਵੀ ਸੁਪਰੀਮ ਕੋਰਟ ਦੀ ਖਿਚਾਈ ਤੋਂ ਬਾਅਦ ਸਰਕਾਰ ਦੀ ਥੋੜੀ ਜਿਹੀ ਸੁਰਤ ਟਿਕਾਣੇ ਆਈ ਹੈ, ਲੋਕਤੰਤਰ ਵੱਲ ਨੂੰ ਜੇ ਮੁੜ ਰਹੇ ਨੇ। ਤੁਹਾਡੇ ਹਿਸਾਬ ਨਾਲ ਗੱਲਬਾਤ ਨੂੰ ਇੱਕ ਸਿਸਟਮੈਟਿਕ ਵੇ 'ਚ ਅੱਗੇ ਵਧਾਉਣ ਦੀ ਲੋੜ ਹੈ। ਜੇ ਸਾਡੀਆਂ ਜਥੇਬੰਦੀਆਂ ਲੀਡ ਕਰ ਰਹੀਆਂ ਨੇ, ਜੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਗੱਲਬਾਤ ਕਰ ਸਕਦੇ ਹਾਂ, ਤਾਂ ਉਹਨਾਂ ਦਾ ਡਿਸੀਜਨ ਬੜਾ ਸੋਚਿਆ ਸਮਝਿਆ ਹੋਏਗਾ। ਇੱਥੇ ਜਿੰਨੀ ਵੀ ਲੱਖਾਂ ਦੀ ਗਿਣਤੀ 'ਚ ਆਪਾਂ ਸਾਰੇ ਬੈਠੇ ਹਾਂ, ਸਾਰਿਆਂ ਨੂੰ ਜਥੇਬੰਦੀਆਂ ਤੇ ਯਕੀਨ ਹੈ, ਜਥੇਬੰਦੀਆਂ ਦੇ ਆਗੂਆਂ ਤੇ ਯਕੀਨ ਹੈ, ਤੇ ਉਹ ਜੋ ਫੈਸਲਾ ਲੈਣਗੇ ਸਹੀ ਲੈਣਗੇ। ਤਾਂ ਜਥੇਬੰਦੀਆਂ ਨੇ ਪਰਮਿੰਦਰ ਫੈਸਲਾ ਲੈਣਾ ਹੈ। ਯਕੀਨ ਹੈ ਕਿ ਜੋ ਵੀ ਜਥੇਬੰਦੀਆਂ ਕਹਿਣਗੀਆਂ ਉਹ ਫੈਸਲਾ ਆਖਰੀ ਹੋਏਗਾ, ਔਰ ਉਸ ਫੈਸਲੇ ਦੇ ਆਧਾਰ ਕੀ ਹੋਣਗੇ, ਉਸ ਫੈਸਲੇ ਦਾ ਫਾਇਦਾ ਕਿਸ ਤਰੀਕੇ ਨਾਲ ਲਿਆ ਜਾਣਾ ਹੈ, ਕਿਸਾਨਾਂ ਵੱਲੋਂ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ। ਔਰ ਖਾਸ ਤੌਰ ਤੇ ਇਸ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਫੈਕਟਰ ਆਇਆ ਉਹ ਹੈ ਸੁਪਰੀਮ ਕੋਰਟ ਦੀ ਦਖਲਅੰਦਾਜ਼ੀ। ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਪਰਮਿੰਦਰ ਸਪਸ਼ਟ ਤੌਰ ਤੇ ਕਿ ਇਹ ਜਿਹੜਾ ਇੱਕ ਤਰੀਕੇ ਨਾਲ ਇਹ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ ਕਿ ਹੁਣ ਗੱਲਬਾਤ ਅੱਗੇ ਵਧੂਗੀ, ਕਿਉਂਕਿ ਇਹ ਵੀ ਬਿਆਨ ਆਇਆ ਹੈ ਬੀਜੇਪੀ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਕਿ ਦਸੰਬਰ ਦੇ ਵਿੱਚ ਇਸ ਮਾਮਲੇ ਨੂੰ ਸੁਲਝਾ ਲਿਆ ਜਾਊਗਾ। ਸੋ ਉਮੀਦ ਹੈ ਕਿ ਵਕੇਸ਼ਨਸ ਦੇ ਵਿੱਚ ਵੀ ਸੁਪਰੀਮ ਕੋਰਟ ਸੁਣਵਾਈ ਕਰ ਸਕਦੀ ਹੈ, ਜਾਂ ਹੋ ਸਕਦਾ ਹੈ ਕਿ ਸਰਕਾਰ ਹੋਰ ਨਵੇਂ ਤਰੀਕੇ ਤੋਂ ਗੱਲਬਾਤ ਹੋਵੇਗੀ। ਬਣੇ ਰਹੋ ਸਾਡੇ ਨਾਲ ਗਰਾਊਂਡ ਜ਼ੀਰੋ ਤੋਂ ਸਿੰਘੂ ਬਾਰਡਰ ਤੋਂ ਹੀ ਪੰਕਜ ਕਪਾਈ ਵੀ ਜੁੜੇ ਹੋਏ ਨੇ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ। ਨਿਊਜ਼ 18 ਤੇ ਕਿਸਾਨ ਆਗੂਆਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਕਿ ਕੋਈ ਵੀ ਡੈਡਲੌਕ ਨਹੀਂ ਆ, ਕੋਈ ਵੀ ਯੈਸ ਨੋ ਦੀ ਪਾਲਿਸੀ ਨਹੀਂ ਆ। ਪੰਕਜ, ਜਿਵੇਂ ਕਿ ਆਮ ਲੋਕਾਂ ਦੇ ਨਾਲ ਵੀ ਵਿਜੇਪਾਲ ਨੇ ਗੱਲਬਾਤ ਕੀਤੀ, ਜਿਹੜੇ ਕਿਸਾਨ ਨੌਜਵਾਨ ਪਹੁੰਚੇ ਹੋਏ ਨੇ, ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਨੇ, ਉਹਨਾਂ ਦਾ ਵੀ ਕਹਿਣਾ, ਉਹਨਾਂ ਦੇ ਵੱਲੋਂ ਵੀ ਪੂਰਾ ਵਿਸ਼ਵਾਸ ਜਤਾਇਆ ਜਾ ਰਿਹਾ ਹੈ ਕਿ ਕਿਸਾਨ ਆਗੂ ਜਿਹੜਾ ਵੀ ਫੈਸਲਾ ਲੈਣਗੇ ਉਹ ਬਿਲਕੁਲ ਸੋਚ ਸਮਝ ਕੇ ਹੀ ਲੈਣਗੇ। ਤੇ ਹੁਣ ਇਹ ਤਾਂ ਕਿਤੇ ਨਾ ਕਿਤੇ ਮੰਨਿਆ ਜਾ ਸਕਦਾ ਹੈ ਕਿ ਜਲਦੀ ਗੱਲਬਾਤ ਹੋਵੇਗੀ, ਪਰ ਨਾਲ ਹੀ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਗੱਲਬਾਤ ਦਾ ਹੱਲ ਕੀ ਹੋਵੇਗਾ, ਕਿਉਂਕਿ ਕਿਸਾਨ ਅਜੇ ਵੀ ਕਹਿ ਰਹੇ ਨੇ ਕਿ ਕਾਨੂੰਨ ਰੱਦ ਕੀਤੇ ਜਾਣ, ਪਰ ਸਰਕਾਰ ਦਾ ਇਹ ਤਰਕ ਹੈ ਕਿ ਕਾਨੂੰਨ ਰੱਦ ਨਹੀਂ ਹੋਣਗੇ, ਸੋਧਾਂ ਚਾਹੇ ਜਿੰਨੀਆਂ ਮਰਜ਼ੀ ਕਿਸਾਨ ਚਾਹੁੰਦੇ ਨੇ ਉਹ ਸੋਧਾਂ ਕਰ ਦਿੱਤੀਆਂ ਜਾਣਗੀਆਂ। ਬਿਲਕੁਲ ਇਸ ਵੇਲੇ ਕਿਉਂਕਿ ਯੈਸ ਔਰ ਨੋ 8 ਤਰੀਕ ਨੂੰ ਅਮਿਤ ਸ਼ਾਹ ਦੇ ਨਾਲ ਜਦੋਂ ਮੀਟਿੰਗ ਸੀ ਉੱਥੇ ਗੱਲ ਅਟਕੀ ਹੋਈ ਸੀਗੀ, ਉਸ ਤੋਂ ਬਾਅਦ ਗੱਲ ਨਹੀਂ ਹੋਈ। ਹੁਣ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਜਦੋਂ ਟੇਬਲ ਤੇ ਬੈਠਾਂਗੇ ਕਈ ਸਾਰੇ ਮੁੱਦਿਆਂ ਤੇ ਗੱਲਬਾਤ ਹੋਏਗੀ, ਅਸੀਂ ਆਪਣੀ ਗੱਲ ਕਰਾਂਗੇ, ਸਰਕਾਰ ਆਪਣੀ ਗੱਲ ਕਰੇਗੀ। ਅਸੀਂ 4 ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਾਈ, ਹੋਰ ਕਿਸਾਨ ਆਗੂ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਣੇ ਆ। ਤੁਸੀਂ ਕੀ ਸੋਚਦੇ ਹੋ? ਦੁਆਬਾ ਕਿਸਾਨ ਯੂਨੀਅਨ ਤੋਂ ਤੁਸੀਂ ਕੀ ਸੋਚਦੇ ਹੋ? ਸ਼ਾਦੀਪੁਰ ਹੋਰੀ ਕਹਿ ਰਹੇ ਨੇ ਕਿ ਮਸਲੇ ਦਾ ਹੱਲ ਟੇਬਲ ਟਾਕ ਤੇ ਹੋਏਗਾ, ਅਸੀਂ ਯੈਸ ਔਰ ਨੋ ਤੋਂ ਅੱਗੇ ਵਧਣਾ ਚਾਹੁੰਦੇ ਹਾਂ। ਨਹੀਂ, ਬਿਲਕੁਲ ਜੋ ਮਸਲੇ ਦਾ ਹੱਲ ਆ ਉਹ ਤਾਂ ਟੇਬਲ ਟਾਕ ਤੇ ਹੀ ਹੋਊਗਾ, ਪਰ ਸਰਕਾਰ ਵੱਲੋਂ ਹਜੇ ਤਾਂ ਕੋਈ ਸੱਦਾ ਪੱਤਰ ਸਾਨੂੰ ਕਿਸਾਨ ਜਥੇਬੰਦੀਆਂ ਨੂੰ ਨਹੀਂ ਆਇਆ। ਜੇ ਸੱਦਾ ਪੱਤਰ ਕੋਈ ਪ੍ਰਪੋਜ਼ਲ ਭੇਜਦੇ ਆ, ਸਾਨੂੰ ਸਰਕਾਰ ਭੇਜਦੀ ਆ ਕਿਸਾਨ ਜਥੇਬੰਦੀਆਂ ਨੂੰ, ਤਾਂ ਉਹਦੇ ਬਾਰੇ ਵਿਚਾਰ ਵਟਾਂਦਰਾ ਹੋਊਗਾ, ਮੀਟਿੰਗ ਹੋਊਗੀ। ਤਾਂ ਜੇ ਸੱਦਾ ਪੱਤਰ ਆਂਦਾ ਕਿਸਾਨ ਜਥੇਬੰਦੀਆਂ ਜ਼ਰੂਰ ਜਾਣਗੀਆਂ, ਜਿੱਦਾਂ ਪਹਿਲਾਂ 6 ਮੀਟਿੰਗਾਂ ਕੀਤੀਆਂ ਆ, ਪਰ ਹਜੇ ਤੱਕ ਕੋਈ ਪ੍ਰਪੋਜ਼ਲ ਨਹੀਂ ਆਈ। ਸਰਕਾਰ ਇਹ ਕਹਿ ਰਹੀ ਸੀਗੀ ਕਿ ਤੁਸੀਂ ਯੈਸ ਔਰ ਨੋ ਤੋਂ ਅੱਗੇ ਵਧੋ, ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਯੈਸ ਔਰ ਨੋ ਤੋਂ ਅੱਗੇ ਵਧ ਰਹੇ ਹੋ, ਬਾਕੀ ਆਗੂ ਤਾਂ ਕਹਿ ਰਹੇ ਸੀ ਯੈਸ ਔਰ ਨੋ ਤੋਂ ਅੱਗੇ ਵਧਣ ਨੂੰ ਤਿਆਰ ਆ। ਨਹੀਂ, ਯੈਸ ਔਰ ਨੋ ਤੋਂ ਅੱਗੇ ਵਧਣੇ ਦਾ ਮਤਲਬ ਤਾਂ ਇਹੀ ਆ ਸਾਡਾ ਵੀ ਕਾਨੂੰਨ ਸਰਕਾਰ ਰੱਦ ਕਰੇ, ਸਰਕਾਰ ਵੀ ਅੱਗੇ ਵਧੇ ਨਾ। ਸਰਕਾਰ ਵੀ ਅਟਕ ਚੁੱਕੀ ਆ, ਸਰਕਾਰ ਕਹਿੰਦੀ ਅਸੀਂ ਇਹ ਕਾਨੂੰਨ ਨਹੀਂ ਰੱਦ ਕਰ ਸਕਦੇ। ਸਾਡਾ ਸਪਸ਼ਟ ਏਜੰਡਾ ਆ ਸਾਰੀ ਕਿਸਾਨ ਜਥੇਬੰਦੀਆਂ ਦਾ, 3 ਕ੍ਰਿਸ਼ੀ ਕਾਨੂੰਨ, ਇੱਕ ਬਿਜਲੀ ਸੋਧ ਬਿੱਲ, ਇੱਕ ਪਰਾਲੀ ਦਾ, ਇਹ ਸਾਰੇ ਰੱਦ ਹੋਣੀ ਚਾਹੀਦੀ। ਮਸਲੇ ਦਾ ਹੱਲ ਨਿਕਲੇਗਾ ਕਿਵੇਂ? ਤੁਸੀਂ ਮਸਲੇ ਦਾ ਹੱਲ ਕਿਵੇਂ ਨਿਕਲਦਾ ਹੋਇਆ ਦੇਖਦੇ ਹੋ? ਮਸਲੇ ਦਾ ਹੱਲ ਤਾਂ ਹੀ ਨਿਕਲ ਸਕਦਾ ਜੀ ਜੇਕਰ ਟੇਬਲ ਟਾਕ ਤੇ ਅੱਗੇ ਸਰਕਾਰ ਵੀ ਵਧੇ। ਜੇਕਰ ਸਾਨੂੰ ਅੱਗੇ ਬਿਠਾ ਕੇ ਉਸੇ ਮਤਲਬ ਬਾਤ ਤੇ ਅੜ ਕੇ ਗੱਲ ਕਰਨੀ ਹੈ, ਫਿਰ ਅੱਗੇ ਵਧਣ ਸਾਨੂੰ ਕੋਈ ਫਾਇਦਾ ਨਹੀਂਗਾ। ਤਾਂ ਇੱਥੇ ਕਿਸਾਨ ਆਗੂ ਕਹਿ ਰਹੇ ਨੇ ਕਿ ਸਰਕਾਰ ਵੀ ਅੱਗੇ ਵਧੇ, ਅਸੀਂ ਵੀ ਅੱਗੇ ਵਧਣ ਨੂੰ ਤਿਆਰ ਹਾਂ। ਸ਼ਾਦੀਪੁਰ ਜੀ, ਅੱਗੇ ਕਿਵੇਂ ਵਧਿਆ ਜਾਏਗਾ? ਅੱਗੇ ਵਧਿਆ ਕਿਵੇਂ ਜਾਏਗਾ? ਦੇਖੋ, ਗੱਲ ਤਾਂ ਦੇਖੋ ਬੈਠ ਕੇ ਹੋਣੀ ਹੈ। ਗੱਲ ਅਸੀਂ ਬੈਠਾਂਗੇ, ਅਸੀਂ ਆਪਣੀ ਗੱਲ ਦੱਸਾਂਗੇ। ਇਹ ਬਹਿਣ ਇਹਨਾਂ ਦੇ ਉਹ ਬੰਦੇ ਆ ਕੇ ਜਿਹੜੇ ਪ੍ਰਵਾਨਿਤ ਹੋਣ, ਜਿਹੜੇ ਕਹਿਣ ਵੀ ਅਸੀਂ ਮਸਲਾ ਤੁਹਾਡਾ ਹੱਲ ਕਰਦੇ ਆ, ਜਿਵੇਂ ਤੋਮਰ ਜੀ ਬੈਠੇ ਨੇ, ਉਹਨਾਂ ਨੇ ਉਹ ਗੱਲ ਉੱਪਰ ਕਰਦੇ ਨੇ ਜਾ ਕੇ ਡਾਇਰੈਕਟਲੀ। ਮੇਰਾ ਖਿਆਲ ਉਹ ਨਹੀਂ ਕਰਦੇ, ਪਾਵਰਾਂ ਨਹੀਂ ਹੈਗੀਆਂ ਜਾਂ ਜੋ ਵੀ ਹੈਗਾ, ਉਹ ਸਰਕਾਰ ਦਾ ਆਪਣਾ ਸਿਸਟਮ ਹੈ। ਇੱਦਾਂ ਗੱਲ ਕਰਦੇ ਆ, ਗੱਲ ਮਸਲਾ ਵੇਖੋ, ਗੱਲ ਬਹਿ ਕੇ ਹੋਣਾ ਹੱਲ। ਸਾਨੂੰ ਵੀ ਜਾਣਾ ਪਊਗਾ, ਸਰਕਾਰ ਨੂੰ ਵੀ ਅੱਗੇ ਵਧਣਾ ਪਊਗਾ। ਕਿੰਨੀਆਂ ਜਥੇਬੰਦੀਆਂ? 31 ਜਥੇਬੰਦੀਆਂ ਪੰਜਾਬ ਦੀਆਂ ਨੇ, 32ਵੀਂ ਜਿਹੜੀ ਹੈ ਤੁਹਾਡੇ ਨਾਲ ਵੱਖਰੀ ਟਿਕਰੀ ਦੇ ਆ। ਟੋਟਲ 41-42 ਜਥੇਬੰਦੀਆਂ। ਕਿੰਨੀਆਂ ਜਥੇਬੰਦੀਆਂ ਤਿਆਰ ਨੇ ਜਿਹੜੀਆਂ ਕਹਿ ਰਹੀਆਂ ਕਿ ਅਸੀਂ
ਯੈਸ ਔਰ ਨੋ ਤੋਂ ਅੱਗੇ ਵਧਣ ਨੂੰ ਤਿਆਰ ਹੈ? ਨਹੀਂ, ਮੇਰਾ ਖਿਆਲ ਹੈ ਕੋਈ ਵੀ ਨਹੀਂ ਇਸ ਗੱਲ ਦੇ ਵਿੱਚ ਤਾਂ ਹੁਣ ਵੀ ਅਸੀਂ ਅੱਗੇ ਵੱਧਦੇ ਨਹੀਂ ਹੈਗੇ, ਗੱਲ ਹੀ ਨਹੀਂ ਕਰਦੇ ਸਰਕਾਰ ਨਾਲ। ਇਹ ਤਾਂ ਨਹੀਂ ਗੱਲ ਹੋਣੀ, ਮਸਲਾ ਗੱਲ ਨਾਲ ਹੱਲ ਹੋਣਾ ਹੈ, ਪਰ ਸਰਕਾਰ ਨੂੰ ਕਰਨਾ ਪੈਣਾ ਹੈ। ਇਹ ਗੱਲ ਕੋਈ ਸਰਕਾਰ ਕਿੰਨੀਆਂ ਜਥੇਬੰਦੀਆਂ ਤਿਆਰ ਨਹੀਂ ਜਿਹੜੀਆਂ ਯੈਸ ਔਰ ਨੋ ਤੋਂ ਅੱਗੇ ਵਧਣ ਨੂੰ? ਜਥੇਬੰਦੀਆਂ ਸਾਰੀਆਂ ਤਿਆਰ ਵਾ ਗੱਲ ਕਰਨ ਨੂੰ, ਪਰ ਸਰਕਾਰ ਵੱਲੋਂ ਸਾਨੂੰ ਹਜੇ ਕੋਈ ਪ੍ਰਪੋਜ਼ਲ ਨਹੀਂ ਆਈ। ਜਿਹੜੀ ਪ੍ਰਪੋਜ਼ਲ ਸਾਨੂੰ ਸੱਦਾ ਪੱਤਰ ਆਇਆ ਸੀ ਉਹਦੇ ਵਿੱਚ ਉਹੀ ਕੁਝ ਸੀਗਾ ਜੋ ਉਹਨਾਂ ਨੇ ਮੀਟਿੰਗਾਂ 'ਚ ਸਾਡਾ ਪਹਿਲਾਂ 8 ਤਰੀਕ ਤੋਂ ਮੀਟਿੰਗ ਤੋਂ ਬਾਅਦ ਜਿਹੜਾ ਸੱਦਾ, ਉਸ ਤੋਂ ਬਾਅਦ ਕੋਈ ਸੱਦਾ ਪੱਤਰ ਨਹੀਂ ਆਇਆ। ਦੇਖੋ ਇਸ ਤੋਂ ਬਾਅਦ ਇੱਥੇ ਬਾਬਾ ਰਾਮ ਸਿੰਘ ਨੇ ਵੀ ਸ਼ਹੀਦੀ ਪਾਈ ਆ, ਉਹਨਾਂ ਦੇ ਕੱਲ ਸੰਸਕਾਰ ਵਿੱਚ ਅਸੀਂ ਵੀ 5 ਆਗੂ ਸਾਹਿਬਾਨ ਸ਼ਾਮਲ ਹੋਏ ਸੀ। ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਦੇਸ਼ ਦੀਆਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅਸੀਂ ਮਨਾਇਆ। ਸਵੇਰੇ 2 ਘੰਟੇ ਸੁਖਮਨੀ ਸਾਹਿਬ ਦਾ ਪਾਠ ਹੋਇਆ, ਕੀਰਤਨ ਹੋਈ, ਅਰਦਾਸ ਹੋਈ ਆ, ਉਸ ਤੋਂ ਬਾਅਦ ਸਟੇਜ ਚੱਲ ਚੁੱਕੀ ਆ। ਦੇਖੋ ਕਿਸੇ ਟਾਈਮ ਸਾਡੇ ਗੁਰੂਆਂ ਨੇ ਇਸ ਹਿੰਦ ਦੀ ਚਾਦਰ ਜਾਣੇ ਜਾਂਦੇ, ਉਹਨਾਂ ਨੇ ਸਾਡੇ ਦੇਸ਼ ਦੀ ਰੱਖਿਆ ਕੀਤੀ ਸੀ। ਹੁਣ ਸਾਡੇ ਮਹਾਂਪੁਰਖ ਜੋ ਇਹ ਕਿਸਾਨੀ ਘੋਲ ਚੱਲ ਰਿਹਾ ਆ, ਉਹਦੀ ਹਮਾਇਤ ਵਿੱਚ ਆ ਕੇ ਸਾਡੇ ਮਹਾਂਪੁਰਖਾਂ ਨੇ ਸ਼ਹੀਦੀਆਂ ਦੇਣੀਆਂ ਸ਼ੁਰੂ ਕਰਤੀਆਂ। ਪਰ ਅਸੀਂ ਤਾਂ ਸਾਰੀਆਂ ਕਿਸਾਨ ਜਥੇਬੰਦੀਆਂ ਇਹੀ ਅਪੀਲ ਕਰਦੇ ਆਂ ਕਿ ਕੋਈ ਵੀ ਸਿੱਖ ਸੰਸਥਾ ਜਾਂ ਕੋਈ ਮਹਾਨ ਆਗੂ ਜਾਂ ਕੋਈ ਕਿਸਾਨ ਜਾਂ ਕੋਈ ਨੌਜਵਾਨ ਮੇਰਾ ਵੀਰ ਇਦਾਂ ਦਾ ਸਟੈਪ ਨਾ ਚੱਕੇ। ਅਸੀਂ ਹੱਥ 'ਚ, ਕਿਉਂਕਿ ਬਾਬਾ ਰਾਮ ਕਾਦੀਆਂ ਯੂਨੀਅਨ ਤੋਂ ਵੀ ਮੇਰੇ ਨਾਲ ਨੇ, ਤੁਹਾਡੀ ਕਾਦੀਆਂ ਯੂਨੀਅਨ ਹੈ, ਕੀ ਸੋਚ ਰਹੇ ਹੋ? ਯੈਸ ਔਰ ਨੋ ਤੋਂ ਅੱਗੇ ਵਧਿਆ ਜਾਏਗਾ? ਗੱਲਬਾਤ ਕਿਤੇ ਨਾ ਕਿਤੇ ਹੋਏਗੀ, ਕਿਉਂਕਿ 4 ਜਨਵਰੀ ਨੂੰ ਸੁਪਰੀਮ ਕੋਰਟ 'ਚ ਅਗਲੀ ਸੁਣਵਾਈ ਹੋਣ ਵਾਲੀ ਹੈ। ਜੈਸ ਨੋ ਦੀ ਗੱਲ ਇਹ ਆ ਵੀ ਜਿਹੜੀ ਸਰਕਾਰ ਪਾਲਿਸੀਆਂ ਚੱਲਦੀ ਪਈ ਆ, ਇਹਨਾਂ ਨੇ ਜਿਹੜੀ ਤੋਮਰ ਸਾਹਿਬ ਨੇ ਚਿੱਠੀ, ਇੱਕ ਖੁੱਲੀ ਚਿੱਠੀ ਦਿੱਤੀ ਆ, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਜੇ ਉਹ ਇੱਥੇ ਇਨਸਾਨ ਬੈਠੇ ਨੇ, ਉਹਨਾਂ ਨੇ 62 ਤੇ 65 ਦੀ ਜੰਗ 'ਚ ਕੋਈ ਹਿੱਸਾ ਨਹੀਂ। ਸਾਡੀਆਂ ਚਾਚੀਆਂ ਤਾਈਆਂ ਹਜੇ ਵੀ ਰੋਂਦੀਆਂ ਨੇ, ਜਿਨ੍ਹਾਂ ਦੇ ਕਿ ਸਿਰ ਦੇ ਸੁਹਾਗ ਨਹੀਂ ਆਏ ਉਹਨਾਂ ਜੰਗਾਂ 'ਚ। ਅਸੀਂ ਬਿਲਕੁਲ ਚਾਹੇ 2% ਆ, ਮੁੱਢਲੀ ਲੜਾਈ 'ਚ ਲੜਦੇ ਰਹੇ ਦੇਸ਼। ਲੱਗ ਰਿਹਾ ਕਿ ਗੱਲਬਾਤ ਦੇ ਜ਼ਰੀਏ ਮਸਲੇ ਦਾ ਹੱਲ ਹੋਏਗਾ। ਉਸ ਗੱਲ ਤੇ ਆਉਣਾ ਮੈਂ ਤੁਹਾਨੂੰ ਪਾਲਿਸੀਆਂ ਗਿਣਾਉਂਦਾ ਪਿਆ ਵੀ ਇਹ ਕਿੱਥੋਂ ਸਾਨੂੰ ਤੜਕਿਆ ਰਹੇ ਨੇ। ਅਸੀਂ ਗੱਲਬਾਤ ਕਰਨ ਨੂੰ ਤਿਆਰ ਆ, ਸਹੀ ਤਰੀਕੇ ਨਾਲ ਇਹ ਆਪਣੀਆਂ ਪਾਲਿਸੀਆਂ ਲੈ ਕੇ ਆਉਣ, ਕੋਈ ਟੇਬਲ ਟਾਕ ਸਹੀ ਤਰੀਕੇ ਨਾਲ ਸਾਡੇ ਬਹਿ ਕੇ ਗੱਲ ਕਰਨ ਮਸਲੇ ਤੇ। ਇਹ ਥੋੜੋ ਵੀ ਗਰੇਵਾਲ ਇਹਨਾਂ ਦਾ ਸਪੋਕਸਮੈਨ ਆ, ਨਹੀਂ ਹੋਊਗੀ ਨਹੀਂ ਹੋਊਗੀ, ਇਹ ਕੋਈ ਗੱਲ ਨਹੀਂ। ਇੰਟੈਲੀਜੈਂਟੀ ਨਾਲ ਸਾਡੇ ਨਾਲ ਬਹਿ ਕੇ ਗੱਲ ਕਰਨ, ਟੂ ਦੀ ਪੁਆਇੰਟ। ਪੂਰੇ ਜਿੰਨੇ ਵੀ ਇਹਨਾਂ ਨੇ ਬਿੱਲ ਬਣਾਏ ਨੇ, ਇੱਕ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਕਰਨ। ਜੇ ਇੱਕ ਵੀ ਕਿਸਾਨ ਦੇ ਹੱਕ 'ਚ ਹੋਵੇ, ਮੈਂ ਗਰਦਨ ਵਢਾ ਦੂੰ। ਸ਼ਾਦੀਪੁਰ ਜੀ ਕਿਵੇਂ ਦੇਖਦੇ ਹੋ? ਕਹਿ ਰਹੇ ਇੱਕ ਪੁਆਇੰਟ ਤੇ ਜ਼ਿਕਰ ਹੋਣਾ ਚਾਹੀਦਾ। ਜਿਗਰ ਹੋਣਾ ਚਾਹੀਦਾ, ਜਿਗਰ ਤਾਂ ਜ਼ਰੂਰ ਹੋਵੇਗਾ। ਜਦੋਂ ਬੈਠਾਂਗੇ ਜਿਗਰ ਉਦੋਂ ਹੀ ਹੋਣਾ ਹੈ। ਜਦੋਂ ਜਿਗਰ ਹੋਵੇਗਾ ਉਹਦੇ 'ਚ ਤਾਂ ਰਸਤੇ ਦਾ ਹੱਲ ਨਿਕਲੂਗਾ। ਫਿਰ ਜਿਗਰ ਹੋ ਕੇ ਹੀ ਮਸਲੇ ਦਾ ਹੱਲ ਨਿਕਲਣਾ ਹੈ। ਜਦੋਂ ਬੈਠਾਂਗੇ ਦੋਵੇਂ ਤੇ ਨਾ, ਫਿਰ ਆਫ ਰਿਕਾਰਡ ਗੱਲਬਾਤ ਹੋਈ ਕਿਸੇ ਭਾਜਪਾ ਦੇ ਆਗੂਆਂ ਨਾਲ? ਆਫ ਰਿਕਾਰਡ ਗੱਲ ਕੋਈ ਗੱਲ ਨਹੀਂ ਅਜੇ ਕਿਸੇ ਨਾਲ ਹੋ ਰਹੀ। ਟੀਵੀ ਤੇ ਵੇਖ ਰਹੇ ਆ ਵੀ ਅੱਜ ਉਹਨਾਂ ਨੇ ਕਿਤੇ ਕੱਲ ਮਿਲੇ ਨੇ ਤੋਮਰ ਸਾਹਿਬ। ਕੱਲ ਨਰਿੰਦਰ ਸਿੰਘ ਤੋਮਰ, ਪਿਊਸ਼ ਗੋਇਲ ਦੇ ਨਾਲ ਹਰਜੀਤ ਗਰੇਵਾਲ, ਸੁਰਜੀਤ ਜੈਨੀ ਮਿਲੇ। ਉਹਨਾਂ ਨੇ ਨਿਊਜ਼ 18 ਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਰਕਾਰ ਸੱਦਾ ਪੱਤਰ ਭੇਜੇਗੀ, ਲੇਕਿਨ ਯੈਸ ਔਰ ਨੋ ਤੋਂ ਅੱਗੇ ਵਧਿਆ ਜਾਵੇ। ਨਹੀਂ ਯੈਸ ਨੋ ਤਾਂ ਵੇਖੋ, ਆਪਾਂ ਬਾਰ-ਬਾਰ ਕਰਾਂਗੇ ਯੈਸ ਨੋ ਤੇ ਤਾਂ ਗੱਲ ਹੋਣੀ ਨਹੀਂ। ਗੱਲ ਤਾਂ ਹੋਣੀ ਹੈ ਬੈਠ ਕੇ, ਬੈਠਣਾ ਪਊਗਾ। ਉਹ ਸੱਦਾ ਪੱਤਰ ਭੇਜਣਗੇ, ਉਸ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਕਰਾਂਗੇ। ਮੀਟਿੰਗ ਕਰਨ ਤੋਂ ਬਾਅਦ ਫਿਰ ਉਹਦਾ ਜਿਹੜਾ ਅਗਲਾ ਹੱਲ ਹੈ ਉਹ ਕੱਢਾਂਗੇ। ਬਹਿਣਾ ਜ਼ਰੂਰ ਪਊਗਾ, ਬੈਠਿਆਂ ਬਗੈਰ ਮਸਲਾ ਹੱਲ ਨਹੀਂ ਹੋਣਾ। ਅਸੀਂ ਇੱਥੇ ਬੈਠੇ ਰਹੀਏ, ਉਹ ਉੱਥੇ ਬੈਠੇ ਰਹਿਣ, ਗੱਲ ਨਹੀਂ ਹੱਲ ਹੋ ਸਕਦੀ। ਗੱਲ ਉਦੋਂ ਹੀ ਹੱਲ ਹੋਣਾ ਗੱਲ ਦਾ ਜਦੋਂ ਉਧਰੋਂ ਦੋਵੇਂ ਤਰ੍ਹਾਂ ਬਹਿਣਗੀਆਂ। ਤਾਂ ਸਾਫ਼ ਤੌਰ ਤੇ ਇੱਥੇ ਕਿਸਾਨ ਆਗੂ ਕਹਿ ਰਹੇ ਨੇ ਕਿ ਬੈਠ ਕੇ ਹੀ ਮਸਲੇ ਦਾ ਹੱਲ ਹੋਏਗਾ ਔਰ ਸਰਕਾਰ ਸੱਦਾ ਪੱਤਰ ਭੇਜੇ। ਸਰਕਾਰ ਨੇ 8 ਤਰੀਕ ਤੋਂ ਬਾਅਦ ਕੋਈ ਸੱਦਾ ਪੱਤਰ ਨਹੀਂ ਭੇਜਿਆ। ਸਰਕਾਰ ਸੱਦਾ ਪੱਤਰ ਭੇਜੇਗੀ, ਇੱਕ ਪੁਆਇੰਟ ਤੇ ਗੱਲ ਹੋਏਗੀ, ਗੱਲਬਾਤ ਕਰਾਂਗੇ ਤਾਂ ਹੀ ਮਸਲੇ ਦਾ ਹੱਲ ਹੋਏਗਾ। ਪਰਮਿੰਦਰ ਨਵੰਬਰ ਤੋਂ ਦਿੱਲੀ ਦੇ ਵਿੱਚ ਕਿਸਾਨਾਂ ਦਾ ਮੋਰਚਾ ਜਾਰੀ ਹੈ। 80 90 ਸਾਲ ਦੇ ਬਜ਼ੁਰਗ ਵੀ ਜਿਹੜੇ ਨੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਨੇ। ਉਹ ਰਾਤਾਂ ਗੁਜ਼ਾਰਨ ਦੇ ਲਈ ਕਿਤੇ ਨਾ ਕਿਤੇ ਟਰਾਲੀਆਂ ਦੇ ਵਿੱਚ ਮਜਬੂਰ ਨੇ, ਨਾ ਤੇ ਹਾਈਵੇ ਤੇ ਉਹਨਾਂ ਦੇ ਰਾਤਾਂ ਗੁਜ਼ਾਰੀਆਂ ਜਾ ਰਹੀਆਂ ਨੇ। ਹਰ ਇੱਕ ਬਸ਼ਿੰਦਾ ਜਿਹੜਾ ਚਾਹੇ ਪੰਜਾਬ ਦਾ ਹੈ ਚਾਹੇ ਕਿਸਾਨ ਹੈ, ਹਰ ਕੋਈ ਚਾਹੁੰਦਾ ਕਿ ਮਸਲੇ ਦਾ ਹੱਲ ਹੋਵੇ। ਲਗਾਤਾਰ ਬਣੇ ਰਹੋ। ਰੁਕ ਕਰ ਲੈਂਦੇ ਆ ਵਿਜੇਪਾਲ ਬਰਾੜ ਵੀ ਸਿੰਘੂ ਬਾਰਡਰ ਤੋਂ ਲਗਾਤਾਰ ਗਰਾਊਂਡ ਜ਼ੀਰੋ ਤੋਂ ਜੁੜੇ ਹੋਏ ਨੇ। ਜੀ ਵਿਜੇਪਾਲ, ਤੁਸੀਂ ਵੀ ਕਾਫੀ ਦਿਨਾਂ ਤੋਂ ਪੂਰੇ ਅੰਦੋਲਨ ਦੇ ਵਿੱਚ ਵਿਚਰ ਰਹੇ ਹੋ, ਤੁਸੀਂ ਵੀ ਬਹੁਤ ਸਾਰੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੋਵੇਗੀ, ਸਾਰਿਆਂ ਦੀ ਨਬਜ਼ ਵੀ ਪਛਾਣਨ ਦੀ ਕੋਸ਼ਿਸ਼ ਕੀਤੀ ਹੋਵੇਗੀ। ਜੇਕਰ ਪੂਰੀ ਅੰਦਰ ਦੀ ਗੱਲ ਕੀਤੀ ਜਾਵੇ, ਨਬਜ਼ ਦੀ ਗੱਲ ਕੀਤੀ ਜਾਵੇ, ਤਾਂ ਕਿਸ ਤਰ੍ਹਾਂ ਦੀ ਆਵਾਜ਼ ਨਿਕਲ ਕੇ ਆਉਂਦੀ ਹੈ? ਕਿਸ ਤਰ੍ਹਾਂ ਦਾ ਹੱਲ ਕਿਸਾਨ ਚਾਹੁੰਦੇ ਨੇ, ਖਾਸ ਤੌਰ ਤੇ ਜੇਕਰ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ? ਪੰਕਜ, ਪਰਮਿੰਦਰ, ਇਸ ਵੇਲੇ ਅਸੀਂ ਸਿੰਘੂ ਬਾਰਡਰ ਤੇ ਮੌਜੂਦ ਹਾਂ। ਬਹੁਤ ਲੋਕਾਂ ਨਾਲ ਸਾਡੀ ਗੱਲਬਾਤ ਹੁੰਦੀ ਹੈ। ਇੱਥੇ ਸਾਨੂੰ ਡਾਕਟਰ ਰਣਜੀਤ ਸਿੰਘ ਘੁੰਮਣ ਮਿਲੇ ਨੇ। ਇਹ ਪਹੁੰਚੇ ਨੇ ਹੁਣੇ, ਐਗਰੀਕਲਚਰ ਸਾਇੰਟਿਸਟ ਨੇ। ਔਰ ਡਾਕਟਰ ਰਣਜੀਤ ਸਿੰਘ ਘੁੰਮਣ ਹੋਰਾਂ ਦਾ ਨਾਮ ਜਦੋਂ ਮਾਹਿਰਾਂ ਦੀ ਕੋਈ ਕਮੇਟੀ ਬਣਦੀ ਹੈ ਉਸ ਦੇ ਲਈ ਵਿਚਾਰਿਆ ਜਾਂਦਾ ਹੈ। ਕ੍ਰਿਡ ਦੇ ਵਿੱਚ ਇਹਨਾਂ ਨੇ ਬਹੁਤ ਐਗਰੀਕਲਚਰ ਤੇ ਕੰਮ ਕੀਤਾ ਹੈ। ਇਹਨਾਂ ਨਾਲ ਗੱਲ ਕਰਦੇ ਹਾਂ। ਘੁੰਮਣ ਸਾਹਿਬ, ਹੁਣ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ,
ਉਸ ਨੂੰ ਤੁਸੀਂ ਦੇਖ ਰਹੇ ਹੋਵੋਗੇ, ਬੜੇ ਨੇੜਿਓਂ ਵਿਚਾਰ ਰਹੇ ਹੋਵੋਗੇ। ਕਿਸਾਨਾਂ ਨਾਲ ਹੁਣੇ ਗੱਲ ਹੋ ਰਹੀ ਸੀ, ਮੇਰੇ ਦੂਸਰੇ ਸਹਿਯੋਗੀ ਪੰਕਜ ਕਪਾਹੀ ਉੱਥੇ ਡਟੇ ਹੋਏ ਆ ਸਟੇਜ ਕੋਲੇ। ਕਿਸਾਨ ਕਹਿ ਰਹੇ ਨੇ ਅਸੀਂ ਯੈਸ ਔਰ ਨੋ ਤੇ ਨਹੀਂ ਅੜੇ, ਸਰਕਾਰ ਕੋਈ ਰਵੱਈਆ ਦਿਖਾਏਗੀ, ਅਸੀਂ ਯੈਸ ਨੋ ਤੋਂ ਅੱਗੇ ਜਾਵਾਂਗੇ। ਗੱਲਬਾਤ ਜੇ ਰਸਤਾ ਖੁੱਲਦਾ ਹੈ ਤਾਂ ਉਵੇਂ ਹੀ ਜਿਹੜਾ ਮਸਲਾ ਹੱਲ ਹੋਏਗਾ, ਯੈਸ ਨੋ ਤੇ ਤਾਂ ਕੋਈ ਮਸਲਾ ਹੱਲ ਹੋ ਹੀ ਨਹੀਂ ਸਕਦਾ। ਸੋ ਬਤੌਰ ਤੁਸੀਂ ਐਗਰੀਕਲਚਰ ਸਾਇੰਟਿਸਟ ਕਿਸ ਤਰੀਕੇ ਨਾਲ ਦੇਖਦੇ ਹੋ, ਕਿਉਂਕਿ ਸੁਪਰੀਮ ਕੋਰਟ ਨੇ ਵੀ ਇੰਟਰਵੀਨ ਕਰ ਦਿੱਤਾ? ਦੇਖੋ, ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਗੱਲ ਕਰਾਂ ਜੀ, ਅਸੀਂ 4 ਦੋਸਤ ਵੱਖ-ਵੱਖ ਖਿੱਤਿਆਂ ਚੋਂ ਆਏ ਆ ਜੀ। ਇਹ ਟ੍ਰੇਡ ਯੂਨੀਅਨਿਸਟ ਨੇ, ਸਰਦਾਰ ਗੁਰਚਰਨ ਸਿੰਘ ਸਿੱਧੂ ਜਟਾਣਾ ਸਾਹਿਬ ਨੇ, ਦਵਿੰਦਰ ਜਟਾਣਾ ਐਕਟਿਵਿਸਟ ਨੇ, ਟ੍ਰੇਡ ਯੂਨੀਅਨਿਸਟ ਨੇ, ਓਲੰਪੀਅਨ ਨੇ ਸਰਦਾਰ ਤਰਲੋਕ ਸਿੰਘ ਸੰਧੂ। ਠੀਕ ਹੈ। ਅਸੀਂ ਉੱਥੇ ਬੈਠੇ ਵੀ ਕੰਮ ਕਰ ਰਹੇ, ਇੱਥੇ ਵੀ। ਜਿਹੜਾ ਤੁਹਾਡਾ ਮੁੱਦਾ ਹੈ ਜੀ, ਇਹ ਸਰਕਾਰ ਨੂੰ ਵੀ ਪਤਾ ਹੈ, ਕਿਸਾਨਾਂ ਨੂੰ ਵੀ ਪਤਾ ਹੈ ਕਿ ਯੈਸ ਨੋ ਨਾਲ ਨਹੀਂ ਕੰਮ ਚੱਲਣਾ ਜੀ। ਇਸ ਵੇਲੇ ਮੁੱਦਾ ਇਹ ਹੈ ਕਿ ਸੁਪਰੀਮ ਕੋਰਟ ਨੂੰ ਸਰਕਾਰ ਨੇ ਹੀ ਅਪਰੋਚ ਕਰਵਾਇਆ ਮੇਰੇ ਹਿਸਾਬ ਨਾਲ ਜੀ, ਤੇ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਦਾ ਇਹ ਹੱਕ ਹੈ ਪੀਸਮਈ ਜਿਹੜਾ ਅੰਦੋਲਨ ਕਰਨਾ, ਉਹਦਾ ਉਹਨਾਂ ਦਾ ਹੱਕ ਹੈ। ਡੈਮੋਕ੍ਰੇਟ ਰਾਦਰ ਉਹਨਾਂ ਨੇ ਫੰਡਾਮੈਂਟਲ ਰਾਈਟ ਕਿਹਾ ਹੈ। ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹਨਾਂ ਦਾ ਜਿਹੜਾ ਇੱਕ ਸਟੇਟ ਦਾ ਬਹੁਤ ਵੱਡਾ ਆਰਗਨ ਜੁਡੀਸ਼ਰੀ ਆ, ਉਹਨੇ ਵੀ ਕਿਸਾਨਾਂ ਦੇ ਹੱਕ 'ਚ ਆਪਣਾ ਜਿਹੜਾ ਵੋਟ ਪਾਈ ਹੈ। ਇਹਨੇ ਵੀ ਹੁਣ ਤੱਕ ਕਿਸਾਨ ਜਿਹੜੇ ਸਾਰੇ ਪੀਸਫੁਲ ਵੇ ਨਾਲ ਚੱਲ ਰਹੇ ਨੇ। ਮੈਂ ਇਹ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ, ਮੈਂ ਲਿਖਿਆ ਵੀ ਆ, ਅਸੀਂ 10 ਪੂਰੇ ਇੰਡੀਆ 'ਚੋਂ 10 ਇਕਨੋਮਿਸਟਾਂ ਨੇ ਇੱਕ ਅਪੀਲ ਵੀ ਕੀਤੀ ਆ, 5 ਨੁਕਤੇ ਵੀ ਦੱਸੇ ਨੇ ਕਿ ਕਿਉਂ ਰਿਪੀਲ ਹੋਣੇ ਚਾਹੀਦੇ ਆ। ਮੈਂ ਕਹਿੰਦਾ ਕਿ ਜੇ ਸਰਕਾਰ ਅੜੀ ਹੈ, ਮੰਨ ਲਓ ਗਵਰਨਮੈਂਟ ਦੀ ਪ੍ਰੈਸਟੀਜ ਹੈ, ਪਾਰਲੀਮੈਂਟ ਦੀ ਪ੍ਰੈਸਟੀਜ ਹੈ, ਕਿਸਾਨਾਂ ਦੀ ਵੀ ਪ੍ਰੈਸਟੀਜ ਹੈ। ਕਿਸਾਨਾਂ ਨੂੰ ਕੋਈ ਸ਼ੌਕ ਨਹੀਂ ਹੈ ਕਿ ਲੱਖਾਂ ਦੀ ਗਿਣਤੀ 'ਚ ਇਹੋ ਜਿਹੀ ਠੰਡ ਦੇ ਵਿੱਚ ਆ ਕੇ ਉਹ ਇੱਥੇ ਆ ਕੇ ਬੈਠਣ। ਉਹ ਮਜਬੂਰ ਹੋਏ ਆਏ ਨੇ। ਜਦੋਂ ਤੱਕ ਉਹਨਾਂ ਨੂੰ ਦਿੱਲੀ ਆਉਣ ਤੋਂ ਪਹਿਲਾਂ ਹੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਗੱਲਬਾਤ ਲਈ ਬੁਲਾਉਣਾ ਚਾਹੀਦਾ ਸੀ। ਕਿਉਂ ਦਿੱਲੀ ਲਿਆ ਕੇ ਹੀ ਉਹ ਕਲਾਈਮ ਡਾਊਨ ਹੋਏ ਨੇ? ਮੈਂ ਕਹਿੰਦਾ ਦਿੱਲੀ ਆਉਣ ਤੋਂ ਪਹਿਲਾਂ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਕਿ ਦੱਸੋ ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਤੁਹਾਡੇ ਕੋਲ ਅਸੀਂ ਆ ਜਾਂਦੇ ਜਿੱਥੇ ਕਹੋ। ਪਰ ਹੁਣ ਜਿਵੇਂ ਕਹਿ ਰਹੇ ਆ ਵੀ ਮਾਮਲਾ ਯੈਸ ਨੋ ਤੇ ਅੜ ਗਿਆ, ਯੈਸ ਨੋ ਤੋਂ ਅੱਗੇ ਵਧਣਾ ਚਾਹੀਦਾ ਤੁਹਾਡੇ ਹਿਸਾਬ ਨਾਲ? ਦੇਖੋ, ਗੱਲਬਾਤ ਬੜੀ ਸਪਸ਼ਟ ਹੈ ਕਿ ਕਦੇ ਵੀ ਐਕਸਟ੍ਰੀਮ ਪੋਜੀਸ਼ਨਸ ਲੈ ਕੇ ਫੈਸਲੇ ਨਹੀਂ ਹੁੰਦੇ। ਠੀਕ ਹੈ। ਹਮੇਸ਼ਾ ਗੱਲ ਟੇਬਲ ਟਾਕ ਤੇ ਹੁੰਦੀ ਹੈ। ਕਿਸਾਨ ਯੈਸ ਨੋ ਇਸ ਕਰਕੇ ਕਹਿ ਰਹੇ ਕਿ ਹੁਣ ਤੱਕ ਸਰਕਾਰ ਥੱਲੇ ਨਹੀਂ ਸੀ ਉਤਰ ਰਹੀ। ਸਰਕਾਰ ਸ਼ਾਇਦ ਕਹਿ ਰਹੀ ਕਿ ਅਸੀਂ ਨਹੀਂ ਮੰਨਦੇ, ਹੁਣ ਸਰਕਾਰ ਵੀ ਮੰਨਦੀ ਹੈ, ਕਿਸਾਨ ਵੀ ਤੁਹਾਡੇ ਕਹਿਣ ਮੁਤਾਬਕ ਉਹਨਾਂ ਨੂੰ ਲੱਗਦਾ ਕਿ ਹੁਣ ਇਸ ਵੇਲੇ ਮੌਕਾ ਇਹ ਹੈ ਕਿ ਗੱਲਬਾਤ ਕਰਨ ਤੇ ਇਸ ਇਸ਼ੂ ਨੂੰ ਜਿਹੜਾ ਅੱਗੇ ਬਹੁਤਾ ਅੜੀਅਲ ਵਤੀਰਾ ਉਹ ਨਹੀਂ ਅਪਣਾਉਣਾ ਚਾਹੀਦਾ। ਕਿਸਾਨਾਂ ਨੂੰ ਵੀ ਆਪਣੀ ਗੱਲਬਾਤ ਕਰਨੀ ਚਾਹੀਦੀ ਹੈ। ਜੇ ਮੇਰੇ ਹਿਸਾਬ ਨਾਲ ਕਿਸਾਨ ਜੇ ਕਹਿੰਦੇ ਨੇ ਕਿ ਜੈਸ ਨੂੰ ਹੁਣ ਸਾਡਾ ਮਸਲਾ ਨਹੀਂ, ਸਾਡੇ ਨਾਲ ਗੱਲ ਕਰੋ, ਪਰ ਗੱਲ ਇੱਕ ਸਾਰਥਕ ਢੰਗ ਨਾਲ ਕਰੋ। ਜੇ ਸਾਰਥਕ ਢੰਗ ਨਾਲ ਤੁਸੀਂ ਨਹੀਂ ਗੱਲ ਕਰਨੀ, ਅੱਗੇ 5-6 ਮੀਟਿੰਗਾਂ ਵਾਂਗੂ ਹੀ ਕਰਨਾ, ਤਾਂ ਉਹਦਾ ਕੋਈ ਮਤਲਬ ਨਹੀਂ। ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਸਰਕਾਰ ਨੂੰ ਖਾਸ ਕਰਕੇ ਕਿ ਐਨੀ ਕੀ ਗੱਲ ਹੈ ਕਿ ਇੱਕ ਡੈਮੋਕ੍ਰੈਟਿਕ ਸਰਕਾਰ ਹੁੰਦੇ ਹੋਏ, ਲੋਕਾਂ ਦੀ ਚੁਣੀ ਹੋਈ ਸਰਕਾਰ ਹੁੰਦੇ ਹੋਏ, ਤੁਸੀਂ ਲੋਕਾਂ ਦੀ ਗੱਲ ਹੀ ਨਹੀਂ ਸੁਣਦੇ। ਹੁਣ ਸਰਕਾਰ ਕਹਿੰਦੇ ਅਸੀਂ ਸੁਣਦੇ ਹਾਂ। ਮੇਰੇ ਵੱਲੋਂ ਅਪੀਲ ਹੈ, ਮੈਂ ਪਹਿਲਾਂ ਵੀ ਲਿਖਿਆ ਸੀ, 10 ਇਕਨੋਮਿਸਟ ਨੇ ਵੀ ਲਿਖਿਆ ਕਿ ਇਹ ਜੇ ਅਜੇ ਇਮੀਡੀਏਟ ਤੁਸੀਂ ਰਿਪੀਲ ਨਹੀਂ ਕਰ ਸਕਦੇ ਤਾਂ ਇਹਨਾਂ ਨੂੰ ਸਾਲ 2 ਸਾਲਾਂ ਲਈ ਇਹਦਾ ਆਪਰੇਸ਼ਨ ਸਸਪੈਂਡ ਕਰ ਦਿਓ। ਸਸਪੈਂਡ ਕਰਕੇ ਇਨ ਬਿਟਵੀਨ ਤੁਸੀਂ ਜੋ ਪਹਿਲਾਂ ਗਲਤੀ ਕੀਤੀ ਹੈ ਕਿ ਕਿਸਾਨਾਂ ਨੂੰ ਤੁਸੀਂ ਕੰਸਲਟ ਨਹੀਂ ਕੀਤਾ, ਸਟੇਟਾਂ ਨੂੰ ਕੰਸਲਟ ਨਹੀਂ ਕੀਤਾ, ਗੈਰ ਸੰਵਿਧਾਨਕ ਵੇ ਨਾਲ ਤੁਸੀਂ ਸਟੇਟਾਂ ਦੇ ਮਸਲੇ 'ਚ ਐਂਟਰ ਕੀਤਾ, ਆਟੋਨਮੀ ਸਟੇਟਾਂ ਦੀ ਰੋਡ ਕਰ ਰਹੇ ਹੋ। ਤੁਹਾਨੂੰ ਜੇ ਉਹ ਗਲਤੀ ਕਰ ਲਈ ਹੈ ਕਿਸੇ ਵੇਲੇ, ਚਲੋ ਮੰਨ ਲਿਆ ਹੋਗੀ, ਤਾਂ ਗਲਤੀ ਠੀਕ ਵੀ ਕੀਤੀ ਜਾ ਸਕਦੀ ਹੈ। ਇਸ ਵੇਲੇ ਮੌਕਾ ਇਹ ਹੈ ਕਿ ਉਹ ਕਿਸਾਨਾਂ ਨੂੰ ਕਹਿਣ ਕਿ ਅਸੀਂ ਸਾਲ 2 ਸਾਲ ਸਸਪੈਂਡ ਕਰ ਦਿੰਦੇ ਹਾਂ। ਬੇਸ਼ੱਕ ਪਾਰਲੀਮੈਂਟ ਬੁਲਾ ਲੈਣ, ਵਿੰਟਰ ਸੈਸ਼ਨ ਕਿਉਂ ਨਹੀਂ ਹੋਣ ਦਿੱਤਾ, ਹੋਣਾ ਚਾਹੀਦਾ ਸੀ। ਉਹਦੇ ਵਿੱਚ ਗੱਲ ਕਰਨ ਕਿ ਆਹ ਦੇਸ਼ ਦੇ ਵਿੱਚ ਸਾਹਮਣੇ ਵੱਡਾ ਮਸਲਾ ਹੈ, ਕਿਸਾਨੀ ਦਾ ਮਸਲਾ ਹੈ, ਜਿਹਦੇ ਵਿੱਚ ਸਾਰਾ ਹਿੰਦੁਸਤਾਨ ਦੀ ਇਕਾਨਮੀ ਜੁੜੀ ਹੋਈ ਹੈ। ਉਹਦੇ 'ਚ ਗੱਲ ਕਰਕੇ ਕਹਿਣ ਕਿ ਅਸੀਂ 2 ਸਾਲਾਂ ਲਈ ਇਹਨੂੰ ਰਿਪੀਲ ਨਹੀਂ ਕਰਦੇ, ਸਸਪੈਂਡ ਕਰਦੇ, ਇਹਦਾ ਕੋਈ ਆਪਰੇਸ਼ਨ। ਪਰ ਜਿਹੜਾ ਇਹ ਕਾਨੂੰਨ ਐਜ਼ ਇਟ ਇਜ਼ ਲਾਗੂ ਨਹੀਂ ਹੋਏਗਾ। ਮੁੜ ਕੇ ਕਿਸਾਨਾਂ ਨਾਲ ਗੱਲ ਕਰਕੇ, ਸਟੇਟ ਲੀਡਰਸ਼ਿਪ ਨਾਲ ਗੱਲ ਕਰਕੇ, ਲੈਜਿਸਲੇਟਿਵ ਅਸੈਂਬਲੀ 'ਚ ਗੱਲ ਕਰਕੇ, ਜਿਹੜੇ ਐਕਸਪਰਟਸ ਨੇ ਉਹਨਾਂ ਦੀ ਓਪੀਨੀਅਨ ਲੈ ਕੇ ਫਿਰ ਜੋ ਇਹਦੇ ਵਿੱਚੋਂ ਨਿਕਲੇਗਾ, ਜੇ ਮੰਨ ਲਿਆ ਬਈ ਖੇਤੀ ਸੁਧਾਰ ਲੋੜੀਂਦੇ ਨੇ ਸਰਕਾਰ ਮੁਤਾਬਕ, ਔਰ ਸਰਕਾਰ ਨੇ ਫੈਸਲੇ ਵੀ ਕਰਨੇ ਹੁੰਦੇ, ਪਰ ਅਲਟੀਮੇਟਲੀ ਹੋਊ ਟੇਬਲ ਟਾਕ ਤੇ। ਹੁਣ ਆ ਟੇਬਲ ਟਾਕ ਤੇ ਹੈ। ਔਰ ਜਿੰਨਾ ਚਿਰ ਇਹ ਨਹੀਂ ਕਿਸਾਨਾਂ ਨੂੰ ਇਹ ਯਕੀਨ ਨਹੀਂ ਹੁੰਦਾ ਕਿ ਵਾਕਿਆ ਹੀ ਇਹ
ਸਾਰਥਕ ਢੰਗ ਨਾਲ ਉਹਨਾਂ ਨੂੰ ਸਸਪੈਂਡ ਕਰਨ ਲਈ ਤਿਆਰ ਹੈ ਔਰ ਮੁੜ ਕੇ ਨਵੇਂ ਸਿਰੋਂ ਇੱਕ ਡਿਬੇਟ ਕਰਨ ਲਈ ਤਿਆਰ ਹੈ। ਸਾਰੇ ਪਲੇਟਫਾਰਮ ਤੇ ਸਾਰੇ ਜਿਹੜੇ ਆਪਣੇ ਸਟੇਕ ਹੋਲਡਰਸ ਨੇ। ਉਸ ਤੋਂ ਬਾਅਦ ਜੇ ਵਾਕਈ ਲੱਗਦਾ ਸਾਰਿਆਂ ਨੂੰ ਕਿ ਭਾਈ ਖੇਤੀ ਨੂੰ ਇਸ ਵੇਲੇ ਸੁਧਾਰਾਂ ਦੀ ਲੋੜ ਹੈ, ਦੇਸ਼ ਨੂੰ ਵਿਕਾਸ ਦੀ ਲੋੜ ਹੈ, ਖੇਤੀ 'ਚ ਉਹਨਾਂ ਰੁਜ਼ਗਾਰ ਨਹੀਂ ਰਿਹਾ ਤੇ ਜਿਹੜਾ ਰੁਜ਼ਗਾਰ ਤੋਂ ਵਿਹਲੇ ਉਹਨਾਂ ਨੂੰ ਕਿੱਥੇ ਲੈ ਕੇ ਜਾਣਾ, ਇਹ ਕੋਈ ਨੀਤੀਆਂ ਬਣਾਉਣੀਆਂ ਪਈ। ਇਹ ਗੱਲ ਮੈਂ ਤੁਹਾਡੇ ਮਾਧਿਅਮ ਨਾਲ ਹੋਰ ਕਹਿਣਾ ਚਾਹੁੰਦਾ, ਜੇ ਸਰਕਾਰ ਇਹ ਸਮਝਦੀ ਹੈ ਕਿ ਅਸੀਂ ਕਿਸਾਨਾਂ ਦੀ ਬਾਂਹ ਮਰੋੜ ਕੇ ਜਿਹੜਾ ਫਸਲੀ ਵਿਭਿੰਨਤਾ ਲੈਵਾਂਗੇ, ਇਹ ਗਲਤ ਹੈ। ਇਹ ਜਿਹੜਾ ਕੰਫੀਡੈਂਸ 'ਚ ਲੈ ਕੇ ਲਿਆਉਣਾ ਪੰਜਾਬ ਹਰਿਆਣਾ ਔਰ ਜਿਹੜਾ ਰਾਜਸਥਾਨ ਵੈਸਟਰਨ ਯੂਪੀ ਆ, ਇਹਨਾਂ ਨੇ ਕਿਸਾਨਾਂ ਦੇ ਕੋਈ ਭਾਵਕ ਸਾਂਝ ਨਹੀਂ ਹੈ ਝੋਨੇ ਨਾਲ। ਪੰਜਾਬ ਵਿੱਚ 9% ਝੋਨਾ ਹੁੰਦਾ ਸੀ ਏਰੀਏ ਤੇ 1970-71 ਵਿੱਚ, ਹੁਣ 85% ਹੋ ਰਿਹਾ। ਮੈਂ ਕਹਿੰਦਾ ਕਿ ਇਹ ਬਾਂਹ ਨਾ ਮਰੋੜੋ, ਉਹਨਾਂ ਨੂੰ ਕਹੋ ਕਿ ਅਸੀਂ 10 ਸਾਲ ਲਈ ਤੁਹਾਡੀ MSP ਜਾਰੀ ਰੱਖਾਂਗੇ। APM ਸਰਕਾਰ ਜੇ ਪ੍ਰਾਈਵੇਟ ਨਹੀਂ ਖਰੀਦਦਾ, ਸਰਕਾਰ ਖਰੀਦੇ, ਠੀਕ ਹੈ। ਉਸ ਤੋਂ ਬਾਅਦ ਨਾਲ ਉਹਨਾਂ ਨੂੰ ਇਨਸੈਂਟਿਵਾਈਜ਼ ਕਰੋ, ਜਿਸ ਤਰੀਕੇ ਨਾਲ ਝੋਨਾ ਕੀਤਾ ਉਸ ਤਰੀਕੇ ਨਾਲ ਦੂਜੀਆਂ ਫਸਲਾਂ ਜਿਹੜੀਆਂ ਕਰੋ ਔਰ ਉਹਨਾਂ ਦੇ ਬੀਜ ਦਿਓ। ਬਿਲਕੁਲ ਬਿਲਕੁਲ ਵਿਜੇਪਾਲ ਬਰਾੜ, ਜਿਵੇਂ ਕਿ ਅਰਥ ਸ਼ਾਸਤਰੀ ਜਿਹੜੇ ਉੱਗੇ ਮਾਹਰ ਨੇ ਘੁੰਮਣ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਨੇ ਵੀ ਬਹੁਤ ਸਾਰੇ ਬਦਲ ਦੱਸੇ ਨੇ, ਉਹਨਾਂ ਨੇ ਆਪਣੇ ਆਪ ਕਈ ਹੱਲ ਵੀ ਦੱਸੇ ਨੇ ਕਿ ਕਿਵੇਂ ਇਸ ਪੂਰੇ ਮਸਲੇ ਦਾ ਹੱਲ ਹੋ ਸਕਦਾ ਹੈ। ਕਿਉਂਕਿ ਚਾਹੇ ਕੋਈ ਅਰਥ ਸ਼ਾਸਤਰੀ ਹੈ, ਚਾਹੇ ਕੋਈ ਕਿਸਾਨ ਹੈ, ਚਾਹੇ ਪੰਜਾਬ ਦਾ ਰਹਿਣ ਵਾਲਾ ਕੋਈ ਵੀ ਵਾਸੀ ਹੈ, ਹਰ ਕੋਈ ਚਾਹੁੰਦਾ ਹੈ ਕਿ ਜਲਦ ਮਸਲੇ ਦਾ ਹੱਲ ਹੋਵੇ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹ ਸੰਘਰਸ਼ ਹੋ ਰਿਹਾ ਹੈ। 26 ਨਵੰਬਰ ਤੋਂ ਕਿਸਾਨ ਜਿਹੜੇ ਆ ਦਿੱਲੀ ਦੀਆਂ ਸੜਕਾਂ ਤੇ ਬੈਠੇ ਹੋਏ ਨੇ, ਉਸ ਦੇ ਵਿੱਚ ਕਈ ਵੱਡੀ ਉਮਰ ਦੇ ਕਿਸਾਨ ਨੇ। ਹੁਣ ਤੱਕ ਕਈ ਕਿਸਾਨਾਂ ਦੀ ਇਸ ਅੰਦੋਲਨ ਦੌਰਾਨ ਮੌਤ ਵੀ ਹੋ ਚੁੱਕੀ ਹੈ। 80-80, 90-90 ਸਾਲ ਦੇ ਬਜ਼ੁਰਗ ਵੀ ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ। ਸੋ ਇਸ ਕਰਕੇ ਸਰਦੀ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ, ਸਰਦੀ ਦਾ ਪ੍ਰਕੋਪ ਵੀ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ। ਸੋ ਸਰਕਾਰ ਵੀ ਚਾਹੁੰਦੀ ਹੈ, ਕਿਸਾਨ ਵੀ ਚਾਹੁੰਦੇ ਨੇ ਕਿ ਜਲਦ ਮਸਲੇ ਦਾ ਹੱਲ ਹੋਵੇ। ਹੁਣ ਜਿਵੇਂ ਕਿ ਕਿਸਾਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਕੋਈ ਡੈਡ ਲੌਕ ਨਹੀਂ ਆ, ਕੋਈ ਯੈਸ ਨੋ ਵਾਲੀ ਪਾਲਿਸੀ ਨਹੀਂ ਆ, ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦੇ ਵੱਲੋਂ ਕੋਈ ਵੀ ਸੱਦਾ ਹੁੰਦਾ ਤਾਂ ਜਲਦ ਉਹਨਾਂ ਦੇ ਵੱਲੋਂ ਵੀ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾਵੇਗੀ। ਸੋ ਹੁਣ ਇਹ ਮੰਨਿਆ ਜਾ ਸਕਦਾ ਹੈ ਕਿ ਜਲਦੀ ਸਰਕਾਰ ਦੇ ਵੱਲੋਂ ਵੀ ਕੋਈ ਨਿਯੋਤਾ ਆਵੇਗਾ ਤੇ ਜਲਦ ਇਸ ਮੁੱਦੇ ਤੇ ਇੱਕ ਵਾਰ ਫਿਰ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ ਕੋਈ ਗੱਲਬਾਤ ਹੋਵੇਗੀ ਤੇ ਮਸਲੇ ਦਾ ਹੱਲ ਨਿਕਲ ਸਕੇਗਾ। ਕਿ ਗੱਲਬਾਤ ਕਿਸੇ ਸਟੇਜ ਤੇ ਪਹੁੰਚ ਸਕਦੀ ਹੈ, ਕਿਉਂਕਿ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ। ਸੁਪਰੀਮ ਕੋਰਟ ਦੇ ਵੱਲੋਂ ਖਾਸ ਤੌਰ ਤੇ ਟਿੱਪਣੀ ਕੀਤੀ ਗਈ ਸੀ ਕਿ ਕੇਂਦਰ ਸਰਕਾਰ ਤੇ ਕਿਸਾਨ ਗੱਲਬਾਤ ਦੇ ਜ਼ਰੀਏ ਮਸਲੇ ਦਾ ਹੱਲ ਕੱਢੇ, ਕਿਉਂਕਿ ਇਹ ਵੀ ਕਿਹਾ ਗਿਆ ਕਿ ਕਿਸਾਨਾਂ ਨੂੰ ਵੀ ਕਿਹਾ ਗਿਆ ਸੀਗਾ ਸੁਪਰੀਮ ਕੋਰਟ ਦੇ ਵੱਲੋਂ ਕਿ ਗੱਲਬਾਤ ਦੇ ਨਾਲ ਹੀ ਮਸਲੇ ਦਾ ਹੱਲ ਨਿਕਲੇਗਾ, ਗੱਲਬਾਤ ਨਾ ਛੱਡੀ ਜਾਵੇ। ਸੋ ਇਸੇ ਕਰਕੇ ਹਰ ਕੋਈ ਚਾਹੁੰਦਾ ਹੈ ਕਿ ਗੱਲਬਾਤ ਦੇ ਜ਼ਰੀਏ ਮਸਲੇ ਦਾ ਹੱਲ ਹੋਵੇ। ਸੋ ਕਿ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਕਿਸਾਨ ਆਗੂਆਂ ਦੇ ਵੱਲੋਂ ਜਿਵੇਂ ਕਿ ਅੱਜ ਵੱਡਾ ਇਹ ਬਿਆਨ ਦਿੱਤਾ ਗਿਆ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਡੈਡਲੌਕ ਨਹੀਂ ਹੈ, ਕਿਉਂਕਿ ਬੀਜੇਪੀ ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਇਹੀ ਤਰਕ ਦਿੱਤਾ ਜਾ ਰਿਹਾ ਸੀਗਾ ਕਿ ਯੈਸ ਨੋ ਦੀ ਪਾਲਿਸੀ ਤੋਂ ਜਿੰਨਾ ਚਿਰ ਕਿਸਾਨ ਅੱਗੇ ਨਹੀਂ ਨਿਕਲਦੇ ਉਦੋਂ ਤੱਕ ਕੋਈ ਵੀ ਗੱਲਬਾਤ ਨਹੀਂ ਹੋਵੇਗੀ। ਪਰ ਹੁਣ ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ, ਕੋਈ ਡੈਡਲੌਕ ਨਹੀਂ, ਕੋਈ ਯੈਸ ਨੋ ਵਾਲੀ ਪਾਲਿਸੀ ਨਹੀਂ, ਸਰਕਾਰ ਸੱਦਾ ਦੇਵੇ, ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਤੇ ਹੁਣ ਇਹ ਮੰਨਿਆ ਜਾ ਸਕਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਗੱਲਬਾਤ ਵੀ ਹੋਵੇਗੀ, ਕਿਉਂਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੀ ਇਹ ਸਾਫ਼ ਤੌਰ ਤੇ ਸੰਕੇਤ ਦੇ ਚੁੱਕੇ ਨੇ ਕਿ ਨਵੇਂ ਸਾਲ ਤੋਂ ਪਹਿਲਾਂ ਮਸਲੇ ਦਾ ਹੱਲ ਹੋ ਸਕਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕਈ ਕਿਸਾਨ ਆਗੂਆਂ ਦੇ ਨਾਲ ਉਹਨਾਂ ਦੀ ਗੈਰ ਰਸਮੀ ਗੱਲਬਾਤ ਵੀ ਹੋ ਰਹੀ ਹੈ। ਸੋ ਸਰਕਾਰ ਦੇ ਵੱਲੋਂ ਇਹ ਸੰਕੇਤ ਦਿੱਤੇ ਜਾ ਰਹੇ ਨੇ। ਕਿਸਾਨਾਂ ਦਾ ਵੀ ਕਹਿਣਾ ਹੈ ਕਿ ਹੁਣ ਜੇਕਰ ਕੋਈ ਸੱਦਾ ਹੁੰਦਾ ਹੈ ਤੇ ਗੱਲਬਾਤ ਕੀਤੀ ਜਾਵੇਗੀ। ਸੋ ਲਗਾਤਾਰ ਪਲ-ਪਲ ਦੀ ਅਪਡੇਟ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਮਹਾਂਕਵਰੀ ਤੁਸੀਂ ਵੇਖ ਰਹੇ ਹੋ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਫਿਲਹਾਲ ਤੇ ਰੁਕ ਰਹੇ ਛੋਟੀ ਜਿਹੀ ਬ੍ਰੇਕ ਲਈ। ਜਲਦ ਹਾਜ਼ਰ ਹੁੰਦੇ ਇਸ ਬ੍ਰੇਕ ਤੋਂ ਬਾਅਦ।